ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪਰਮ ਇੱਕ ਹੋਰ ਭੁਲੇਖਾ ਮਹਾਂਪੁਰਖਾਂ ਦੇ ਪ੍ਰਤੀ। ਜਦ ਪਾਤਸ਼ਾਹ ਦੇ ਘਰ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਸਾਹਿਬਜ਼ਾਦਾ ਕਿਹਾ ਜਾਂਦਾ ਹੈ। ਆਪਣੇ ਪਿਤਾ ਦੇ ਸਾਰੇ ਗੁਣ ਅਖਤਿਆਰ ਅਤੇ ਜਾਇਦਾਦ ਉਸ ਨੂੰ ਵਿਰਸੇ ਵਿੱਚ ਆਪ ਮੁਹਾਰੇ ਮਿਲ ਜਾਂਦੀ ਹੈ ਤੇ ਜਦ ਇਹ ਜਵਾਨ ਹੁੰਦਾ ਹੈ ਤਾਂ ਪਾਤਸ਼ਾਹ ਲੋੜ ਅਨੁਸਾਰ ਆਪਣੇ ਸਾਹਿਬਜ਼ਾਦੇ ਨੂੰ ਆਪਣੇ ਰਾਜ ਦਾ ਕੰਬ ਸੌਂਪਦਾ ਹੈ। ਦੂਜੇ ਪਾਸੇ ਰਾਜ ਦਾ ਪ੍ਰਬੰਧ ਚਲਾਉਣ ਲਈ ਅਨੇਕਾਂ ਹੋਰ ਉੱਚੇ ਮੱਧਮ ਅਤੇ ਨੀਵੇਂ ਦਰਜੇ ਦੇ ਵਜ਼ੀਰ, ਅਹਿਲਕਾਰ, ਨੌਕਰ, ਚਾਕਰ ਉਹਨਾਂ ਦੀ ਲਿਆਕਤ ਅਤੇ ਤਜਰਬੇ ਅਨੁਸਾਰ ਨਿਯਤ ਕੀਤੇ ਜਾਂਦੇ ਹਨ। ਇਹਨਾਂ ਨੂੰ ਲੋੜ ਅਨੁਸਾਰ ਰਾਜ ਅਧਿਕਾਰ ਦਿੱਤੇ ਜਾਂਦੇ ਹਨ। ਇਹਨਾਂ ਅਹਿਲਕਾਰਾਂ ਦੀ ਤਰੱਕੀ ਇਹਨਾਂ ਦੀ ਦਿਆਨਤਦਾਰੀ, ਮਿਹਨਤ ਅਤੇ ਲਿਆਕਤ ਅਨੁਸਾਰ ਹੁੰਦੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੇ ਦਰਬਾਰ ਵਿੱਚ ਅਨੇਕਾਂ ਪੁੱਗੀਆਂ ਹੋਈਆਂ ਰੂਹਾਂ, ਬ੍ਰਹਮ ਗਿਆਨੀ, ਗੁਰਮੁਖ ਜਨ ਸੁਭਾਇਮਾਨ ਹੁੰਦੇ ਹਨ। ਇਸ ਤ੍ਰੈ ਗੁਣੀ ਬ੍ਰਹਿਮੰਡ ਨੂੰ ਉਭਾਰਨ ਅਥਵਾ ਸੋਧਣ ਜਾਂ ਜੀਵਾਂ ਦੀ ਕਲਿਆਣ ਕਰਨ ਲਈ ਅਕਾਲ ਪੁਰਖ ਸਮੇਂ-ਸਮੇਂ ਸਿਰ ਇਹਨਾਂ ਪੁੱਗੀਆਂ ਹੋਈਆਂ ਰੂਹਾਂ ਨੂੰ ਆਪਣੀ ਕਲਾ ਬਖਸ਼ ਕੇ ਜਗ ਵਿੱਚ ਪਠਾਉਂਦਾ ਹੈ। ਹਾਂਜੀ, ਅਕਾਲ ਪੁਰਖ ਦੇ ਦਰਬਾਰ ਵਿੱਚ ਅਨੇਕਾਂ ਹੀ ਪੁੱਗੀਆਂ ਹੋਈਆਂ ਰੂਹਾਂ, ਬ੍ਰਹਮ ਗਿਆਨੀ, ਗੁਰਮੁਖ ਜਨ ਸੁਭਾਇਮਾਨ ਹਨ। ਸੋ ਇਸ ਤ੍ਰੈ ਗੁਣੀ ਬ੍ਰਹਿਮੰਡ ਨੂੰ ਉਭਾਰਨ ਅਥਵਾ ਸੋਧਣ ਲਈ ਜਾਂ ਜੀਵਾਂ ਦੀ ਕਲਿਆਣ ਲਈ ਅਕਾਲ ਪੁਰਖ ਸਮੇਂ-ਸਮੇਂ ਸਿਰ ਇਹਨਾਂ ਪੁੱਗੀਆਂ ਹੋਈਆਂ ਰੂਹਾਂ ਨੂੰ ਆਪਣੀ ਹੀ ਕਲਾ ਬਖਸ਼ ਕੇ ਇਸ ਜਗ ਵਿੱਚ ਪਠਾਉਂਦਾ ਹੈ। ਜਦੋਂ ਇਹੋ ਜਿਹੀਆਂ ਪੁੱਗੀਆਂ ਹੋਈਆਂ ਰੂਹਾਂ ਅਥਵਾ ਅਕਾਲ ਪੁਰਖ ਦੇ ਸਾਹਿਬਜ਼ਾਦੇ ਤੁਰੋਂ ਇਲਾਹੀ ਹੁਕਮ ਅਨੁਸਾਰ ਜਗਤ ਵਿੱਚ ਪਠਾਏ ਜਾਂਦੇ ਹਨ ਤਾਂ ਇਹਨਾਂ ਨੂੰ ਗੁਰੂ, ਸਤਿਗੁਰੂ, ਅਵਤਾਰ ਆਦਿ ਕਿਹਾ ਜਾਂਦਾ ਹੈ। ਜੋ ਇਸ ਤ੍ਰੈ ਗੁਣੀ ਮਾਇਕੀ ਸੰਸਾਰ ਦੇ ਹਉਮੈ ਦੇ ਭਰਮ ਵਿੱਚ ਪਲਚ ਰਹੀਆਂ ਰੂਹਾਂ ਨੂੰ ਇਲਾਹੀ ਮਾਰਗ ਦਾ ਸੱਚਾ ਸੁੱਚਾ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣ ਕਰਦੇ ਹਨ। ਇਹ ਗੁਰੂ ਅਵਤਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਵਤਾਰ ਧਾਰਦੇ ਹਨ ਅਤੇ ਇਲਾਹੀ ਹੁਕਮ ਦੀ ਕਮਾਈ ਕਰਕੇ ਫਿਰ ਸੱਚੇ ਸੱਚਖੰਡ ਵਿੱਚ ਜਾ ਵਸਦੇ ਹਨ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। जगत उदाहरण से ही आए जो जन दर्श प्यासा, उनकी शरण परै सो तरया संत संग पूर्ण आसा। हम एकाज जगत मों आए, धर्म हेत गुरुदेव पठाए। सुनी पुकार दातार प्रभ, गुरु नानक जग माहे पठाया। जुग जुग सतगुर धरे अवतारी। ਦੂਜੇ ਪਾਸੇ ਕਈ ਰੂਹਾਂ ਇਹਨਾਂ ਗੁਰੂਆਂ ਤੇ ਅਵਤਾਰਾਂ ਤੋਂ ਪ੍ਰੇਰਨਾ, ਉਪਦੇਸ਼, ਅਗਵਾਈ ਲੈ ਕੇ ਸ਼ਬਦ ਸੁਰਤ ਅਥਵਾ ਨਾਮ ਅਭਿਆਸ ਕਮਾਈ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਐਸੇ ਨਾਮ ਅਭਿਆਸ ਕਮਾਈ ਕਰਨ ਵਾਲੇ ਸ਼ਬਦ ਸੁਰਤ ਵਿੱਚ ਲੀਨ ਹੋਏ, ਨਾਮ ਰੰਗ ਵਿੱਚ ਰੰਗੇ ਹੋਏ, ਗੁਰਬਾਣੀ ਦਾ ਰੂਪ ਹੋਏ, ਸਤਿਗੁਰੂ ਦੇ ਬੇਖਰੀਦ ਗੋਲੇ, ਸੇਵਾ ਦੇ ਪੁੰਜ, ਹੁਕਮੀ ਬੰਦੇ, ਪਿਰਮ ਪਿਆਲਾ ਪੀਣ ਵਾਲੇ, ਅਲਮਸਤ ਮਤ ਵਾਲੇ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਨੂੰ ਗੁਰਬਾਣੀ ਵਿੱਚ ਸਾਧ, ਸੰਤ, ਭਗਤ, ਗੁਰਮੁਖ, ਮਹਾਂਪੁਰਖ, ਹਰਜਨ, ਖਾਲਸੇ, ਬ੍ਰਹਮ ਗਿਆਨੀ ਆਦਿ ਨਾਵਾਂ ਨਾਲ ਬਿਆਨਿਆ ਤੇ ਸਤਕਾਰਿਆ ਗਿਆ ਹੈ। ਹਾਂਜੀ, ਰੱਬ ਦੇ ਦਰਬਾਰ ਵਿੱਚੋਂ ਪੁੱਗੀਆਂ ਹੋਈਆਂ ਰੂਹਾਂ ਜਦ ਇਸ ਬ੍ਰਹਿਮੰਡ ਨੂੰ ਸੋਧਣ ਲਈ ਆਉਂਦੀਆਂ ਹਨ ਇਲਾਹੀ ਹੁਕਮ ਅਨੁਸਾਰ ਤਾਂ ਉਹਨਾਂ ਨੂੰ ਗੁਰੂ ਜਾਂ ਸਤਿਗੁਰੂ ਕਿਹਾ ਜਾਂਦਾ ਹੈ। ਤੇ ਜਿਹੜੇ ਕਈ ਰੂਹਾਂ ਇਹਨਾਂ ਗੁਰੂਆਂ ਤੋਂ, ਇਹਨਾਂ ਅਵਤਾਰਾਂ ਤੋਂ ਸੇਧ ਲੈ ਕੇ ਸ਼ਬਦ ਸੁਰਤ ਜਾਂ ਨਾਮ ਅਭਿਆਸ ਕਮਾਈ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਐਸੇ ਸ਼ਬਦ ਸੁਰਤ ਵਿੱਚ ਲੀਨ ਹੋਏ ਪਿਰਮ ਪਿਆਲਾ ਪੀਣ ਵਾਲੇ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਨੂੰ ਗੁਰਬਾਣੀ ਵਿੱਚ ਸਾਧ, ਸੰਤ, ਭਗਤ, ਗੁਰਮੁਖ, ਮਹਾਂਪੁਰਖ, ਹਰਜਨ, ਖਾਲਸੇ, ਬ੍ਰਹਮ ਗਿਆਨੀ ਆਦਿ ਨਾਵਾਂ ਨਾਲ ਬਿਆਨਿਆ ਅਤੇ ਸਤਕਾਰਿਆ ਗਿਆ ਹੈ। ਧੰਨ ਸੋ ਵੰਸ਼, ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਣੇ। जिन सास गिरास ते आया मेरा हर हर, से साची दरगह हर जन बने। भगतां की चाल सची अत निर्मल, नाम सचा मन पाया। नानक भगत सोहे दर साचै, जिनी सचो सच कमाया।
हर जन उत्तम उत्तम बाणी मुख बोले पर उपकारे। जो जन हर प्रभ हर हर शरणा तिन दरगे हर हर दे वडियाई। तन तन साबास कहे प्रभ जन को, जन नानक मेल लए गल्लाई। संत प्यारे पार ब्रह्म नानक हर अगम अगाहो। कहो कबीर जन भये खाल से, प्रेम भगत जह जानी। तन तन पुरख साबास है, जिन सच रसना अमृत पीजै। सच सच्चा जिन मन भावदा, से मन सच्ची दरगह लीजै। गुरमुख प्रतीत भई मन मानिया, अनदिन सेवा करत समाए। जिन एक मन हर ते आया मेरी जिंदड़िए, तिन संत जना जयकारो राम। गुरबाणी विच इन्हां बख्शे होए गुरमुख प्यारियां संतां भगतां दी इउं परख कीती है। जिन्हां सास गिरास न विसरै, से हर जन पूरे सही जान। सो भगत जो गुरमुख होवे, होम में शब्द जलाया राम। निर्मल शोभा अमृत तांकी बाणी, एक नाम मन माहे समाणी। दुख रोग बिन सह पै परम, साध नाम निर्मल तांके कर्म। से भगत हर पांव दे, जो गुरमुख पाए चलन। आप छोड़ सेवा करन, जीवत मुए रहन। जिन्ना सास गिरास न विसरै, हर नामा मन मंत। धन से सोई सेई नानका, पूरन सोई संत। गुरमुख होए सो करे विचार, ओस अलिप्तो रहना। हर नाम जपै आप उदरै, उस पिछे डुबदे भी तरना। आठ पहर निकट कर जाने, प्रभ का किया मीठा माने। एक नाम संतन आधार, होए रहे सबकी पगछार। संत रहत सुनो मेरे पाई, उहाँ की महिमा कथन न जाई। वर्तन जांके केवल नाम, अनंत रूप कीर्तन विश्राम। मित्र सतर जांके एक समान है, प्रभ अपने बिन अवर न जाने। सो ऐसे उच्चे सुच्चे आत्मक जीवन वाले गुरमुख प्यारे अथवा साध संत महापुरख जगत विच कोई विरले ही होंदे हन। जन नानक कोटन मैं किन्हूं, गुरमुख होए पछाना। ऐसे जन विरले संसारे, गुर शब्द विचारै रहे निरारे। जिन एक मन ध्याया तिन सुख पाया, ते विरले संसार जियो। तेरा जन एक आद कोई, काम क्रोध लोभ मोह विवर्जित, हर पद चीनै सोई। ऐसे जन विरले जग अंदर परख खजाने पाया। जात वरन ते भय अतीता, ममता लोभ चुकाया। कहन कहावन को कई केते, ऐसो जन बिरलो है सेवक, जो तत् जोग को बेते। जग में उत्तम काढ़िए, विरले केई के। हैन विरले नाही कणे, फैल फकड़ संसार। गुरमुख विरला जानिए, सेवक सेवक सेव करंदा। बुरे करन बुरियाइयां, भलेआई भलेआ। अवगुण कीते गुण करन, जग साध विरलिया। पर इन्हां विरलियां महापुरखां दे मुकाबले ते अखौती साध संत स्वामी शंकराचार्य महाराज जगत गुरु श्री 108 आदि नामा हेठ जगत विच बेअंत हस्तियां परविरत हन, जिन्हां दा जीवन उपरलियां गुरबाणी दी पंक्तियां दे अनुकूल नहीं होंदा। हां जी, जो परख दसी गई है असली महापुरखां दी, इन्हां पंक्तियां दे अनुकूल उन्हां दा जीवन नहीं होंदा, खौती साध संतां दा। इसे लई आम जनता खास करके पढ़ी लिखी श्रेणी इन्हां अखौती साधां संतां दे नीवें जीवन नूं देख के सच्चे सुच्चे साधां संतां दी होंद तो मुनकर ते अशरदक हो जाती है। हां जी, खास करके पढ़ी और लिखी हुई श्रेणी इन्हां अखौती साधां संतां दे नीवें जीवन नूं देख के
ਸੱਚੇ ਸੁੱਚੇ ਸਾਧਾਂ ਸੰਤਾਂ ਦੀ ਹੋਣ ਤੋਂ ਵੀ ਮੁਨਕਰ ਤੇ ਅਸ਼ਰਦਕ ਹੋ ਜਾਂਦੀ ਹੈ। ਇੱਥੋਂ ਤਾਈਂ ਕਿ ਸਾਧ ਸੰਤ ਅੱਖਰਾਂ ਤੋਂ ਵੀ ਕਿਰਣਤ ਹੋ ਜਾਂਦੇ ਹਨ, ਐਲਰਜਿਕ। ਖੁੱਡ ਵਿੱਚ ਰਹਿੰਦਿਆਂ ਹੋਇਆਂ ਜਿਨ੍ਹਾਂ ਨੇ ਸੂਰਜ ਦੀ ਰੋਸ਼ਨੀ ਨਾ ਦੇਖੀ ਹੋਵੇ ਤਾਂ ਉਹਨਾਂ ਦਾ ਸੂਰਜ ਦੀ ਹੋਣ ਤੋਂ ਇਨਕਾਰ ਕਰਨਾ ਇਹ ਬੜੀ ਵੱਡੀ ਭੁੱਲ ਹੈ। ਇਸੇ ਤਰ੍ਹਾਂ ਅਖੌਤੀ ਤੇ ਪਾਖੰਡੀ ਸਾਧਾਂ ਸੰਤਾਂ ਦੇ ਨੀਵੇਂ ਜੀਵਨ ਵੱਲ ਦੇਖ ਕੇ ਸੱਚੇ ਸੁੱਚੇ ਬਖਸ਼ੇ ਹੋਏ ਗੁਰਮੁਖ ਸਾਧਾਂ ਸੰਤਾਂ ਮਹਾਂਪੁਰਖਾਂ ਦੀ ਹੋਣ ਤੋਂ ਇਨਕਾਰ ਕਰਨਾ ਤੇ ਇਹਨਾਂ ਸੰਬੰਧੀ ਲਫ਼ਜ਼ਾਂ ਸਾਧ ਸੰਤ ਆਦਿ ਅੱਖਰਾਂ ਤੋਂ ਵੀ ਕਿਰਣਤ ਹੋਣਾ, ਇਹ ਸਾਡਾ ਵੱਡਾ ਮਾਨਸਿਕ ਭਰਮ ਭੁਲੇਖਾ ਹੈ। ਜਿਨ੍ਹਾਂ ਅੱਖਰਾਂ ਦੁਆਰਾ ਇਹਨਾਂ ਸਾਧਾਂ ਸੰਤਾਂ ਮਹਾਂਪੁਰਖਾਂ ਨੂੰ ਗੁਰਬਾਣੀ ਵਿੱਚ ਹਜ਼ਾਰਾਂ ਵਰੀ ਸਤਕਾਰ ਅਤੇ ਮਾਣ ਨਾਲ ਵਡਿਆਇਆ ਤੇ ਸਨਮਾਨਿਆ ਗਿਆ ਹੈ, ਉਹਨਾਂ ਅੱਖਰਾਂ ਤੋਂ ਵੀ ਅਸੀਂ ਇਤਨੇ ਕਿਰਣਤ ਹੋ ਗਏ ਹਾਂ ਕਿ ਇਹਨਾਂ ਦਾ ਜ਼ਿਕਰ ਵੀ ਸੁਣਨ ਲਈ ਤਿਆਰ ਨਹੀਂ। ਇਸ ਤਰ੍ਹਾਂ ਅਸੀਂ ਗੁਰਬਾਣੀ ਦੇ ਇਹਨਾਂ ਪਵਿੱਤਰ ਅੱਖਰਾਂ ਦੀ ਨਿਰਾਦਰੀ ਕਰਦੇ ਹਾਂ। ਇਹ ਸਾਡੀ ਅਗਿਆਨਤਾ, ਹਉਮੈ ਦੀ ਢੀਠਤਾਈ ਅਤੇ ਦੀਰਘ ਭਰਮ ਭੁਲੇਖਾ ਹੈ। ਗੁਰਬਾਣੀ ਵਿੱਚ ਇਹਨਾਂ ਲਫ਼ਜ਼ਾਂ ਦੀ ਉਚਿਆਈ ਤੇ ਵਡਿਆਈ ਨੂੰ ਇਉਂ ਸਨਮਾਨਿਆ ਗਿਆ ਹੈ, ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਐ, संत संग अंतर प्रभ डीठा, नाम प्रभु का लागा मीठा। हर का सेवक सो हर जेहा, भेद ना जानो मानस देहा। हां जी, फिर दोहरा दइए कि हर का सेवक सो हर जेहा, भेद ना जानो मानस देहा। राम संत में भेद किछ नाही, राम संत में भेद किछ नाही, एक जन कई में लाख करोरी। नानक ब्रह्म ज्ञानी आप परमेश्वर, हर जन हर अंतर नहीं, नानक साची मान। सो इन्हां लफ्जां दी इत्थों ताईं वडियाई कीती गई है कि गुरु नूं भी गुरु साधु अथवा साधु रूप गुरु कह के सन्मानिया गया है। गुर साधु अमृत ज्ञान सरनायण, सब किल विख पाप गए गावायण। गुर साधु संगत मिलै, हीरे रतन लबन। गुर संत जनो प्यारा मैं मिलिया, मेरी तृष्णा बुझ गई आसे। गुर संत पाया प्रभ ते आया, सगल इच्छा पुनिया। सो गुरबाणी विच साध संत लफज एक वचनी ते बहुवचनी भी वरते गए हैं। हुण गुरु तां एक है, बहुवचनी नहीं हो सकता, पर साध संत महापुरख बहुवचनी हो सकते हैं। हां जी, जे साध या संत लफज सिर्फ गुरु ਲਈ ਵਰਤਿਆ ਗਿਆ ਹੁੰਦਾ ਤਾਂ ਫਿਰ ਇੱਕ ਵਚਨੀ ਹੀ ਬਹੁਤ ਸੀ, ਕਿਉਂਕਿ ਗੁਰੂ ਤਾਂ ਇੱਕੋ ਹੀ ਹੈ। ਪਰ ਗੁਰਬਾਣੀ ਵਿੱਚ ਸਾਧ ਸੰਤ ਬਹੁਵਚਨੀ ਵੀ ਆਇਆ ਹੈ, ਜੋ ਕਿ ਉੱਚੀ ਸੁੱਚੀ ਆਤਮਕ ਅਵਸਥਾ ਮਹਾਪੁਰਖਾਂ ਦਾ ਲਿਖਾਇਕ ਹੈ। ਸੋ ਗੁਰੂ ਇੱਕ ਹੈ, ਬਹੁਵਚਨੀ ਨਹੀਂ ਹੋ ਸਕਦਾ, ਪਰ ਸਾਧ ਸੰਤ ਮਹਾਪੁਰਖ ਬਹੁਵਚਨੀ ਹੋ ਸਕਦੇ ਹਨ। ਜਿਹਾ ਕਿ ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ बहुवचनी, संतन बहुवचनी है। संतन स्यों मेरी लेवा देवी, संतन स्यों व्यवहारा। साध जना के संग निस्तरे, साधा शरणी जो पवै, सो छुट्टै बद्दा। जन नानक संगत साध हर मेलो, हम साध जना पगराली। साध संगत की पीर जो पाई, तो नानक हर संग मिरिया। संत मंडल में हर मन वसे। सो साध संत भगत महापुरख ये बड़ी उच्ची सुच्ची आत्मक अवस्था दे लखायक हन, अते इतनी उच्ची सुच्ची आत्मक खेल आम खुली नहीं वरत सकती। ये आत्मक खेल किसी विरले भागां वाले जीव उत्ते ही वरतदी है। इसे करके इस दात दा किसी विरले कोल ही होना लाजमी है। संसार विच अमोलक चीजां जिहा कि हीरे रतन जवाहर आदि विरले ही होंदे हन, जिन्हां दी कीमत लखां करोड़ां दी होंदी है। इसलिए जेकर असली साध संत महापुरख विरले हन तां उन्हां दे मुकाबले ते बेअंत नकली साध संत भी होने लाजमी हन। ऐसे आत्मक
ਸਾਧ ਸੰਤ ਮਹਾਪੁਰਖ ਗੁਰਮੁਖ ਜਨ ਇਸ ਸਤਿਗੁਰੂ ਦੇ ਦਰੋਂ ਘਰੋਂ ਵਰਸਾਏ ਅਤੇ ਬਖਸ਼ੇ ਹੋਏ ਆਉਂਦੇ ਹਨ ਅਤੇ ਉਹ ਸਤਿਗੁਰੂ ਦੀ ਆਗਿਆ ਵਿੱਚ ਅਭਿਲਾਖੀ ਆਤਮਿਕ ਜਗਿਆਸੂਆਂ ਦੇ ਆਤਮਿਕ ਪੰਧ ਵਿੱਚ ਪ੍ਰੇਰਕ ਤੇ ਸਹਾਇਕ ਹੁੰਦੇ ਹਨ। ਹਾਂਜੀ, ਐਸੇ ਆਤਮਿਕ ਸਾਧ ਸੰਤ ਮਹਾਪੁਰਖ ਜਾਂ ਗੁਰਮੁਖ ਜਨ ਇਹ ਸਤਿਗੁਰੂ ਦੇ ਦਰੋਂ ਘਰੋਂ ਵਰਸਾਏ ਅਤੇ ਬਖਸ਼ੇ ਹੋਏ ਹੁੰਦੇ ਹਨ ਅਤੇ ਉਹ ਸਤਿਗੁਰੂ ਦੀ ਆਗਿਆ ਵਿੱਚ ਅਭਿਲਾਖੀ ਆਤਮਿਕ ਜਗਿਆਸੂਆਂ ਦੇ ਆਤਮਿਕ ਪੰਧ ਵਿੱਚ ਪ੍ਰੇਰਕ ਅਤੇ ਸਹਾਇਕ ਹੁੰਦੇ ਹਨ। ਗੁਰਬਾਣੀ ਵਿੱਚ ਇਸ ਵਿਸ਼ੇ ਨੂੰ ਇਉਂ ਦਰਸਾਇਆ ਗਿਆ ਹੈ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਹਾਂਜੀ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈ ਹੈ त्यों त्यों हर्ष्यों रंग। संत का संग वडभागी पाइए, संत की सेवा नाम ते आइए। संत सहाई राम के कर कृपा दिया मिलाए, संत सहाई जी के भवजल तारण हार। साधु संगत होए प्राप्त तां प्रभ अपना लइए, साध संगत के आसरे प्रभ स्यों रंग लाए। हर जन वडे वडे वड ऊंचे जो सतगुर मेल मिलाए। इसे लई आत्मक पांदियां नूं साध संगत अथवा संतां महापुरखां दी संगत लई इउं जाचना करनी भी सिखाई है। हां जी, गुरबाणी विच जिहड़े सच्चे ਉੱਚੇ ਸੁੱਚੇ ਜੀਵਨ ਵਾਲੇ ਅਸਲੀ ਸਾਧ ਸੰਤ ਮਹਾਪੁਰਖ ਹੁੰਦੇ ਹਨ, ਇਹਨਾਂ ਦੀ ਸੰਗਤ ਲਈ ਸਾਨੂੰ ਅਰਦਾਸ ਕਰਨੀ ਵੀ ਸਿਖਾਈ ਹੈ। ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਤੂਰੇ, ਐਸੀ ਕਿਰਪਾ ਮੋਹਿ ਕਰੋ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤੰਤੂਰ ਪਰੋ। साध संगत के अंचल लावो बिखम नदी जाए तरणी। हो कृपाल स्वामी मेरे संता संग बिहावे। कहो नानक प्रभ लोचापूर साध जना की बांछो तूर। सो ऐसे बख्शे होए साधां संतां गुरमुखां दी होण तो मुनकर होना या किरणत होना ये साडा दीर्घ मानसिक परम भुलेखा है। हां जी, बख्शे होए साधा संतां गुरमुखां दी होण तो मुनकर होना या एलर्जिक होना ये साडा दीर्घ मानसिक परम भुलेखा है। दूजे पासे बेअंत अखौती साध संत महापुरख महात्मा औलिए बने बैठे हैं, जिन्हां नूं जनता अपनी मायकी गरजां दी पूर्ति लई मंदियां ते पूजदियां हन। ऐसे अखौती साधा संतां भगतां महात्मा स्वामियां दी हिंदुस्तान विच बहुलता है ਅਤੇ कई किस्म दे अखौती मिशनां दे अनेकां नामां हेठ परदेसां विच भी इन्हां दा बोलबाला चल रहा है। इंसान अपनी हौमे दे अधीन खुदगर्ज है, इसलिए अपनी मायकी गर्जां दी पूर्ति लई यह हर तरह दे जायज नाजायज तरीके वरदा है। इन्हां तरीकियां विचों अखौती साधा संतां महात्मा दी टेक लैनी एक सौखा साधन मनी गई है। इसलिए विआह दी लालसा लई, हां जी, बच्चे दी लालसा लई, नौकरी दी भाल लई या अपनी तरक्की दी लालसा लई, माया दी भुख लई, सुख दी लालसा लई, अपनी बीमारियां दे इलाज लई, दुखां कलेशां तो बचाव लई, शांति दी लालसा लई या पापां तो बचण लई, जमा तो बचण लई, पूतां प्रेतां तो छुटकारा पाउण लई, वैरियां दे बदले लैण लई, मुकदमे दी चिंता तो बचण इत्यादक अनेकां मायकी गरजां दी पूर्ति लई असीं इन्हां अखौती साधुआं संतां महात्मा आदि दे दरवाजे खड़काउंदे हां। जनता दी लोड़ अनुसार ਇਹੋ ਜਿਹੀਆਂ ਅਖੌਤੀ ਧਾਰਮਿਕ ਦੁਕਾਨਾਂ ਵੀ ਬੇਅੰਤ ਖੁੱਲੀਆਂ ਹੋਈਆਂ ਹਨ। ਉਹਨਾਂ ਨੂੰ ਵੀ ਪਤਾ ਹੈ ਕਿ ਜਨਤਾ ਖੁਦਗਰਜ਼ ਹੈ, ਸਵਾਰਥੀ ਹੈ, ਸੋ ਉਹਨਾਂ ਨੇ ਆਪਣੀਆਂ ਦੁਕਾਨਾਂ ਲਾ ਰੱਖੀਆਂ ਹਨ। ਇਹ ਸਭ ਤ੍ਰੈਗੁਣੀ ਮਾਇਕੀ ਖੇਲ ਅਖਾੜਾ ਹੈ ਅਤੇ ਸਾਡੀ ਅਗਿਆਨਤਾ ਦਾ ਡਾਢਾ ਪਰਮ ਭੁਲੇਖਾ ਹੈ।
ਪਰ ਇਹਨਾਂ ਨਕਲੀ ਅਖੌਤੀ ਸਾਦਾ ਸੰਤਾਂ ਦੀ ਬਹੁਲਤਾ ਤੋਂ ਕਿਰਣਤ ਹੋ ਕੇ ਅਸਲੀ ਉੱਚਮ ਸੂਚੇ ਮਹਾਪੁਰਖਾਂ ਦੀ ਹੋਣ ਦੀ ਬਾਬਤ ਮੁਨਕਰ ਹੋਣਾ, ਨਫ਼ਰਤ ਕਰਨੀ, ਨਿੰਦਾ ਕਰਨੀ, ਕਿਰਣਾ ਕਰਨੀ, ਵਾਦ ਵਿਵਾਦ ਕਰਨਾ, ਝਗੜੇ ਕਰਨੇ, ਇਹ ਸਾਡੀ ਮਾਨਸਿਕ ਅਤੇ ਧਾਰਮਿਕ ਅਗਿਆਨਤਾ ਦਾ ਦੀਰਘ ਪਰਮ ਭੁਲੇਖਾ ਹੈ। ਜਿਸ ਤਰ੍ਹਾਂ ਵਿਦਿਅਕ ਮਹਿਕਮੇ ਵਿੱਚ ਸੰਚਾਲਕ ਡਾਇਰੈਕਟਰ ਆਫ ਐਜੂਕੇਸ਼ਨ ਤਾਂ ਇੱਕ ਹੀ ਹੁੰਦਾ ਹੈ, ਪਰ ਉਸ ਦੇ ਮਾਤਹਿਤ ਅਨੇਕਾਂ ਦਰਜਿਆਂ ਤੇ ਸਤਿਆਂ ਉੱਤੇ ਯੋਗਤਾ ਅਨੁਸਾਰ ਪ੍ਰਾਇਮਰੀ, ਮਿਡਲ, ਹਾਈ ਡਿਗਰੀਆਂ ਪ੍ਰਾਪਤ, ਡਿਗਰੀ ਤੋਂ ਬਾਅਦ ਦੀ ਪੜ੍ਹਾਈ, ਵਿਸ਼ੇਸ਼ੀਕਰਨ ਦੇ ਕੋਰਸਿਸ ਪੜ੍ਹਾਉਣ ਲਈ ਅਧਿਆਪਕ, ਵਿਆਖਿਆਨੀ, ਪ੍ਰੋਫੈਸਰ, ਵਿਸ਼ੇ ਵਿਭਾਗ ਦੇ ਮੁਖੀ ਪ੍ਰਿੰਸੀਪਲ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਧਾਰਮਿਕ ਤੇ ਅਧਿਆਤਮਿਕ ਵਿਦਿਆ ਦੇ ਪ੍ਰਚਾਰ ਲਈ ਵੀ ਅਨੇਕਾਂ ਗ੍ਰੰਥੀ, ਰਾਗੀ, ਕਥਾਕਾਰ, ਪ੍ਰਚਾਰਕ, ਵਿਦਵਾਨ, ਗਿਆਨੀ, ਮਿਸ਼ਨਰੀ, ਪੰਡਤ, ਆਚਾਰੀਆਂ ਵੀ ਹੋਣੇ ਲਾਜ਼ਮੀ ਹਨ, ਜੋ ਆਪੋ ਆਪਣੀ ਯੋਗਤਾ ਅਨੁਸਾਰ ਧਾਰਮਿਕ ਪ੍ਰਚਾਰ ਕਰਦੇ ਹਨ। ਪਰ ਇਸ ਤਰ੍ਹਾਂ ਇਹ ਧਾਰਮਿਕ ਸ਼੍ਰੇਣੀਆਂ ਹੋਣਹਾਰ ਰੂਹਾਂ ਨੂੰ ਆਤਮਿਕ ਜੀਵਨ ਅਥਵਾ ਸ਼ਬਦ ਸੁਰਤ ਜਾਂ ਨਾਮ ਅਭਿਆਸ ਕਮਾਈ ਲਈ ਤਿਆਰ ਕਰਦੀਆਂ ਹਨ, ਪਰ ਇਹ ਸਭ ਤ੍ਰੈਗੁਣੀ ਮਾਇਕੀ ਮੰਡਲ ਦੀ ਧਾਰਮਿਕ ਕਿਰਿਆ ਹੈ। ਹਾਂਜੀ, ਫਿਰ ਦੁਹਰਾ ਦਈਏ ਕਿ ਧਾਰਮਿਕ ਤੇ ਅਧਿਆਤਮਿਕ ਵਿਦਿਆ ਦੇ ਪ੍ਰਚਾਰ ਲਈ ਵੀ ਅਨੇਕਾਂ ਗ੍ਰੰਥੀ, ਰਾਗੀ, ਕਥਾਕਾਰ, ਪ੍ਰਚਾਰਕ, ਵਿਦਵਾਨ, ਗਿਆਨੀ, ਮਿਸ਼ਨਰੀ, ਪੰਡਤ, ਆਚਾਰੀਆ ਵੀ ਹੋਣੇ ਲਾਜ਼ਮੀ ਹਨ, ਜੋ ਆਪੋ ਆਪਣੀ ਯੋਗਤਾ ਅਨੁਸਾਰ ਧਾਰਮਿਕ ਪ੍ਰਚਾਰ ਕਰਦੇ ਹਨ। ਇਸ ਤਰ੍ਹਾਂ ਇਹ ਧਾਰਮਿਕ ਸ਼੍ਰੇਣੀਆਂ ਹੋਣਹਾਰ ਰੂਹਾਂ ਨੂੰ ਆਤਮਿਕ ਜੀਵਨ ਅਥਵਾ ਸ਼ਬਦ ਸੁਰਤ ਜਾਂ ਨਾਮ ਅਭਿਆਸ ਕਮਾਈ ਲਈ ਤਿਆਰ ਕਰਦੀਆਂ ਹਨ, ਪਰ ਇਹ ਸਭ ਤ੍ਰੈਗੁਣੀ ਮਾਇਕੀ ਮੰਡਲ ਦੀ ਧਾਰਮਿਕ ਕਿਰਿਆ ਹੈ। ਇਸ ਤੋਂ ਉੱਪਰ ਆਤਮਿਕ ਮੰਡਲ ਦੀ ਵਿਦਿਆ ਅਥਵਾ ਬ੍ਰਹਮ ਮੰਡਲ ਦਾ ਤਤ ਗਿਆਨ ਗੁਰੂ ਦੀ ਕਿਰਪਾ ਦੁਆਰਾ ਕਿਸੇ ਵਿਰਲੇ ਅਭਿਲਾਖੀ ਜਗਿਆਸੂ ਨੂੰ ਬਖਸ਼ੇ ਹੋਏ ਸਾਧਾਂ, ਸੰਤਾਂ, ਮਹਾਪੁਰਖਾਂ ਦੀ ਸੰਗਤ ਦੁਆਰਾ ਹੀ ਪ੍ਰਦਾਨ ਹੋ ਸਕਦਾ ਹੈ। ਹਾਂਜੀ, ਬਾਹਰਲੀ ਸੇਧ ਤਾਂ ਅਸੀਂ ਕਿੱਥੋਂ ਵੀ ਲੈ ਸਕਦੇ ਹਾਂ ਕਿ ਨਾਮ ਜਪਣਾ ਹੈ, ਪਰ ਆਤਮਿਕ ਮੰਡਲ ਦੀ ਵਿਦਿਆ ਅਥਵਾ ਬ੍ਰਹਮ ਮੰਡਲ ਦਾ ਤਤ ਗਿਆਨ ਇਹ ਗੁਰੂ ਦੀ ਕਿਰਪਾ ਦੁਆਰਾ ਕਿਸੇ ਵਿਰਲੇ ਅਭਿਲਾਖੀ ਜਗਿਆਸੂ ਨੂੰ ਬਖਸ਼ੇ ਹੋਏ ਸਾਧਾਂ, ਸੰਤਾਂ, ਮਹਾਪੁਰਖਾਂ ਦੀ ਸੰਗਤ ਦੁਆਰਾ ਹੀ ਪ੍ਰਦਾਨ ਹੋ ਸਕਦਾ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ, संतन बिन अवर न दाता बिया, जो जो शरण परे साधु की सो पार ग्रामी किया। साध के संग प्रगटै सो ज्ञान। हां जी, साध के संग प्रगटै सो ज्ञान। संतन स्यों हम लाहा खाटिया, हर भगत परे पंडारा। ਇਸ ਲਈ ਗੁਰਬਾਣੀ ਵੀ ਦਰਸਾਏ ਅਤੇ ਸਨਮਾਨੇ ਹੋਏ ਸਾਧਾਂ, ਸੰਤਾਂ, ਗੁਰਮੁਖ ਪਿਆਰਿਆਂ ਤੋਂ ਮੁਨਕਰ ਹੋਣਾ, ਇਹਨਾਂ ਤੋਂ ਨਫ਼ਰਤ ਕਰਨੀ ਜਾਂ ਘ੍ਰਿਣਤ ਹੋਣਾ, ਇਹ ਸਾਡੀ ਦੀਰਘ ਮਾਨਸਿਕ ਅਗਿਆਨਤਾ ਦਾ ਪਰਮ ਭੁਲੇਖਾ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 76, ਪਰਮ ਭਾਗ 9। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।